सारिਆਂ ਨੂੰ सत श्री अकाल। जमात तीसरी ਦੇ ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆਈ ਥਿੰਕ ਤੇ। ਪੜੋ ਸਾਰੇ ਵਧੋ ਸਾਰੇ ਪਿਆਰੇ ਬੱਚਿਓ, ਵਾਤਾਵਰਨ ਸਿੱਖਿਆ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਆਸ ਕਰਦਾ ਹਾਂ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਗੇ, ਆਪਣੇ ਭੈਣ ਭਰਾਵਾਂ ਦੇ ਨਾਲ, ਮਾਤਾ ਪਿਤਾ ਦੇ ਨਾਲ ਬੜਾ ਸਵਸਥ ਤੇ ਪਿਆਰ ਭਰਿਆ ਜੀਵਨ ਬਤੀਤ ਕਰ ਰਹੇ ਹੋਗੇ। ਪਿਆਰੇ ਬੱਚਿਓ, ਆਓ ਅੱਜ ਦਾ ਵੀਡੀਓ ਸ਼ੁਰੂ ਕਰਦੇ ਹਾਂ। ਧੰਨਵਾਦ ਕਰਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਆਂ ਦਾ, ਜਿਹੜੇ ਰੋਜ਼ ਤੁਹਾਨੂੰ ਇਹ ਵੀਡੀਓ ਦਿੰਦੇ ਨੇ, ਤੁਸੀਂ ਵੀਡੀਓ ਦੇਖਦੇ ਹੋ। ਪਿਆਰੇ ਬੱਚਿਓ, ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਪਾਠ 1 ਪਰਿਵਾਰ ਅਤੇ ਰਿਸ਼ਤੇ ਜਿਹੜਾ ਕਰ ਰਹੇ ਸੀ, ਉਸ ਦਾ ਆਖਰੀ ਸੈਗਮੈਂਟ ਹੈ, ਅਭਿਆਸ ਅਸੀਂ ਕਰ ਰਹੇ ਹਾਂ। ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੁਛ ਬੱਚਿਆਂ ਨੇ ਇਹ ਵੀਡੀਓ ਨਹੀਂ ਦੇਖੇ ਹੋਣਗੇ ਪਾਠ 1 ਦੇ। ਉਹ ਪਿਛਲੀ ਵੀਡੀਓ ਜਾ ਕੇ ਤੁਸੀਂ ਮੇਰੇ ਚੈਨਲ 'ਤੇ ਦੇਖ ਸਕਦੇ ਹੋ। ਜਿਹੜਾ ਮੈਂ ਚੈਨਲ ਬਣਾਇਆ YouTube ਦੇ ਉੱਪਰ ਆਈ ਥਿੰਕ, ਉਸ ਉੱਪਰ ਜਾ ਕੇ ਤੁਸੀਂ ਦੇਖ ਸਕਦੇ ਹੋ। ਉਹਦੇ ਉੱਤੇ ਮੈਂ ਤਕਰੀਬਨ ਸਾਰੇ ਵੀਡੀਓ ਤੁਹਾਨੂੰ ਮਿਲ ਜਾਣਗੇ। ਪਲੇਲਿਸਟ ਦੇ ਅੰਦਰ ਜਾ ਕੇ ਆਪਣੇ ਛੋਟੇ ਵੱਡੇ ਭੈਣ ਭਰਾ ਅਤੇ ਮਾਤਾ ਪਿਤਾ ਦੀ ਮਦਦ ਲੈ ਸਕਦੇ ਹੋ ਪਲੇਲਿਸਟ ਲੱਭਣ ਵਾਸਤੇ। ਸੋ ਆਓ ਅੱਜ ਦਾ ਇਹ ਵੀਡੀਓ ਸ਼ੁਰੂ ਕਰਦੇ ਹਾਂ। ਬੇਟਾ, ਅਸੀਂ ਪਰਿਵਾਰ ਅਤੇ ਰਿਸ਼ਤੇ ਪਾਠ ਜਿਹੜਾ ਹੈ ਉਹ ਪੜ੍ਹ ਚੁੱਕੇ ਹਾਂ। ਇਸ ਦੇ ਵਿੱਚ ਅਸੀਂ ਪਰਿਵਾਰ ਕੀ ਹੈ, ਪਰਿਵਾਰ ਕਿਹਨੂੰ ਕਹਿੰਦੇ ਨੇ, ਪਰਿਵਾਰ ਦੀ ਕੀ ਮਹੱਤਤਾ ਹੈ, ਪਰਿਵਾਰ ਕਿਉਂ ਜ਼ਰੂਰੀ ਹੈ, ਪਰਿਵਾਰ ਕਿੰਨੇ ਤਰ੍ਹਾਂ ਦਾ ਹੁੰਦਾ ਹੈ, ਕਿਰਨ ਦਾ ਪਰਿਵਾਰ ਕਿਸ ਤਰ੍ਹਾਂ ਦਾ ਹੈ, ਕੁਲਦੀਪ ਦਾ ਪਰਿਵਾਰ ਕਿਸ ਤਰ੍ਹਾਂ ਦਾ ਹੈ, ਇਹ ਸਾਰਾ ਕੁਛ ਅਸੀਂ ਬੜੇ ਵਿਸਤਾਰ ਨਾਲ ਬੱਚੇ ਪੜ੍ਹਿਆ ਸੀ। ਇਸ ਤੋਂ ਬਾਅਦ ਅਸੀਂ ਬੱਚਿਆਂ ਦੀਆਂ ਚੰਗੀਆਂ ਆਦਤਾਂ ਕਿਹੜੀਆਂ ਹੋਣੀਆਂ ਚਾਹੀਦੀਆਂ ਨੇ, ਜਾਂ ਬੱਚਿਆਂ ਵਿੱਚ ਚੰਗੀਆਂ ਆਦਤਾਂ ਕਿਹੜੀਆਂ ਹੁੰਦੀਆਂ ਨੇ, ਇਹਦੇ ਬਾਰੇ ਗੱਲ ਕੀਤੀ ਸੀ। ਸਾਰੇ ਬੱਚਿਆਂ ਨੇ ਚੰਗਾ ਰਿਸਪੌਂਸ ਦਿੱਤਾ ਸੀ। ਇੱਕ ਛੋਟੀ ਜਿਹੀ ਕਵਿਤਾ ਵਿੱਚ ਆਈ ਸੀ, ਉਹ ਪੜ੍ਹੀ ਸੀ। ਸਫਾਈ ਨਾਲ ਸੰਬੰਧਿਤ 1 2 ਹੱਥ ਧੋ। ਇਸ ਤੋਂ ਬਾਅਦ ਅਸੀਂ ਬੇਟੇ ਕਿਰਿਆ ਇੱਕ ਜਿਹੜੀ ਸੀ ਉਹ ਕੀਤੀ ਸੀ ਕਿ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਲਿਖਣੇ ਨੇ ਅਤੇ ਤੁਹਾਡਾ ਉਹਨਾਂ ਨਾਲ ਕੀ ਰਿਸ਼ਤਾ ਹੈ, ਉਸ ਬਾਰੇ ਵਿਸਥਾਰ ਨਾਲ ਲਿਖਣਾ ਹੈ। ਫਿਰ ਮੰਮੀ ਦੇ ਪਰਿਵਾਰ ਬਾਰੇ ਗੱਲ ਹੋਈ ਸੀ। ਫਿਰ ਕਿਰਿਆ 2 ਦੇ ਅੰਦਰ ਅਸੀਂ ਰਾਣੀ ਦਾ ਪਰਿਵਾਰ ਦੇਖਿਆ ਸੀ, ਪ੍ਰਸ਼ਨ ਕੀਤੇ ਸੀ। ਇਸ ਤੋਂ ਬਾਅਦ ਬੇਟਾ ਪਾਠ ਤੁਰਦਿਆਂ ਜਦੋਂ ਅਸੀਂ ਲਾਸਟ 'ਤੇ ਪਹੁੰਚੇ ਸੀ, ਤਾਂ ਅਸੀਂ ਪਰਿਵਾਰ ਦਾ ਢਾਂਚਾ ਜਿਹੜਾ ਸੀ ਉਹ ਬਣਾਇਆ ਸੀ ਕਿ ਪਰਿਵਾਰ ਦਾ ਢਾਂਚਾ ਕਿਵੇਂ ਹੁੰਦਾ ਹੈ। ਸਭ ਤੋਂ ਪਹਿਲਾਂ ਬਜ਼ੁਰਗ ਹੁੰਦੇ ਨੇ, ਫਿਰ ਉਸ ਤੋਂ ਬਾਅਦ ਉਹਨਾਂ ਦੇ ਬੱਚੇ, ਫਿਰ ਤੁਸੀਂ ਇਸ ਤਰ੍ਹਾਂ ਪਰਿਵਾਰ ਦਾ ਢਾਂਚਾ ਜਿਹੜਾ ਸੀ ਇਸ ਤਰ੍ਹਾਂ ਦਾ ਹੁੰਦਾ ਹੈ, ਅਸੀਂ ਬਣਾਇਆ ਸੀ। ਫਿਰ ਲਾਸਟ 'ਤੇ ਅਸੀਂ ਅਭਿਆਸ ਸ਼ੁਰੂ ਕੀਤੀ ਸੀ, ਜਿਹਦੇ ਤਹਿਤ ਅਸੀਂ ਯਾਦ ਰੱਖਣਯੋਗ ਗੱਲਾਂ, ਉਸ ਤੋਂ ਬਾਅਦ ਬੱਚੇ ਅਸੀਂ ਖਾਲੀ ਥਾਵਾਂ ਭਰੋ, ਉਸ ਤੋਂ ਬਾਅਦ ਸਮਝੋ ਅਤੇ ਮਿਲਾਓ ਕੀਤਾ ਸੀ। ਅੱਜ ਅਸੀਂ ਇਸ ਅਭਿਆਸ ਦਾ ਲਾਸਟ ਸੈਗਮੈਂਟ ਇਸ ਪਾਠ ਦਾ ਕਰ ਰਹੇ ਹਾਂ। ਉਸ ਤਹਿਤ ਅਸੀਂ ਸਹੀ ਉੱਤਰ ਅੱਗੇ ਜਿਹੜਾ ਹੈ ਬੇਟਾ ਨਿਸ਼ਾਨ ਲਗਾਉਣਾ ਹੈ। ਆਓ ਸ਼ੁਰੂ ਕਰਦੇ ਹਾਂ। ਸਾਰਿਆਂ ਕੋਲ ਆਪਣੀ ਪੁਸਤਕ ਵਾਤਾਵਰਨ ਸਿੱਖਿਆ ਦੀ ਹੋਣੀ ਚਾਹੀਦੀ ਹੈ, ਮੇਰੀ ਦੁਨੀਆ, ਕਾਪੀ ਹੋਣੀ ਚਾਹੀਦੀ ਹੈ, ਪੈਨਸਿਲ ਹੋਣੀ ਚਾਹੀਦੀ ਹੈ, ਤਾਂ ਕਿ ਤੁਸੀਂ ਕੰਮ ਜਿਹੜਾ ਹੈ ਬੱਚੇ ਨਾਲ ਕਰ ਸਕੋ। ਸੋ ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਪ੍ਰਸ਼ਨ ਨੰਬਰ 1 ਦੇਖ ਲੈਂਦੇ ਹਾਂ, ਜਿਹਦੇ ਤਹਿਤ ਬੇਟਾ ਊੜਾ ਨੰਬਰ ਜਿਹੜਾ ਪ੍ਰਸ਼ਨ ਹੈ ਉਸ ਨੂੰ ਦੇਖਾਂਗੇ। ਤੁਹਾਡੇ ਦਾਦਾ ਜੀ ਦੇ ਪਿਤਾ ਜੀ ਤੁਹਾਡੇ ਕੀ ਲੱਗਦੇ ਹਨ? ਹੁਣ ਬੇਟਾ ਇਸ ਤਰ੍ਹਾਂ ਦੇ ਪ੍ਰਸ਼ਨ ਜਿਹੜੇ ਰਿਸ਼ਤੇ ਲੱਭਣ ਵਾਲੇ ਹੈ ਉਹ ਹੋਰ ਸੌਖੇ ਹੋ ਜਾਂਦੇ ਹੈ। ਇਹਦਾ ਇੱਕ ਢੰਗ ਹੁੰਦਾ, ਤੁਸੀਂ 3 ਕੁਰਸੀਆਂ ਆਪਣੇ ਕੋਲ ਡਾਲੋ। ਇਹਨਾਂ 3 ਕੁਰਸੀਆਂ ਦੇ ਉੱਪਰ ਸਭ ਤੋਂ ਪਹਿਲਾਂ ਤੁਸੀਂ ਪਹਿਲੀ ਕੁਰਸੀ 'ਤੇ ਤੁਸੀਂ ਬੈਠ ਜਾਓ। ਉਸ ਤੋਂ ਬਾਅਦ ਇਮੈਜਿਨ ਕਰਨਾ ਹੈ, ਸੋਚਣਾ ਹੈ ਕਿ ਇਸ ਕੁਰਸੀ 'ਤੇ ਦਾਦਾ ਜੀ ਬੈਠੇ ਨੇ, ਠੀਕ ਹੈ। ਹੁਣ ਦੂਸਰੀ ਕੁਰਸੀ 'ਤੇ ਦਾਦਾ ਜੀ ਦੇ ਪਿਤਾ ਜੀ ਬੈਠੇ ਨੇ। ਹੁਣ ਤੁਸੀਂ ਦੇਖਣਾ ਹੈ ਕਿ ਦਾਦਾ ਜੀ ਦੇ ਪਿਤਾ ਜੀ ਤੁਹਾਡੇ ਕੀ ਲੱਗਦੇ ਹਨ। ਸੋਚੋ, ਹੁਣ ਬੜੇ ਧਿਆਨ ਨਾਲ ਸੋਚੋ, ਬੜਾ ਸੌਖਾ ਹੋ ਗਿਆ। ਹੁਣ ਦਾਦਾ ਜੀ ਅਤੇ ਉਹਨਾਂ ਦੇ ਪਿਤਾ ਜੀ ਤੁਹਾਡੇ ਸਾਹਮਣੇ ਦੋਨੋਂ ਕੁਰਸੀਆਂ 'ਤੇ ਬੈਠੇ ਨੇ, ਤੀਸਰੀ ਕੁਰਸੀ 'ਤੇ ਤੁਸੀਂ ਬੈਠੇ ਹੋ। ਹੁਣ ਤੁਸੀਂ ਸੋਚੋ ਕਿ ਤੁਹਾਡੇ ਦਾਦਾ ਜੀ ਦੇ ਪਿਤਾ ਜੀ ਤੁਹਾਡੇ ਕੀ ਲੱਗਦੇ ਹਨ। ਸੋ ਬੇਟਾ, ਜਿਵੇਂ ਸਾਡੇ ਪਿਤਾ ਜੀ ਦੇ ਪਿਤਾ ਜੀ ਸਾਡੇ ਦਾਦਾ ਜੀ ਹੁੰਦੇ ਹੈ, ਦਾਦਾ ਜੀ ਲੱਗਦੇ ਹੈ, ਇਸੇ ਤਰ੍ਹਾਂ ਹੀ ਦਾਦਾ ਜੀ ਦੇ ਪਿਤਾ ਜੀ ਸਾਡੇ ਪੜਦਾਦਾ ਜੀ ਲੱਗਦੇ ਹੈ। ਸੋ ਅਸੀਂ ਪੜਦਾਦਾ ਜੀ ਅੱਗੇ ਟਿਕ ਜਿਹੜੀ ਹੈ ਉਹ ਲਗਾ ਦਾਂਗੇ। ਇਸ ਤੋਂ ਬਾਅਦ ਸਾਡੇ ਕੋਲ ਪ੍ਰਸ਼ਨ ਐੜਾ ਹੈ ਬੱਚੇ,
ਉਸ ਨੂੰ ਦੇਖ ਲੈਂਦੇ ਹਾਂ। ਤੁਹਾਡੀ ਦਾਦੀ ਤੁਹਾਡੀ ਮਾਤਾ ਜੀ ਦੀ ਕੀ ਲੱਗਦੀ ਹੈ। ਹੁਣ ਇਸੇ ਤਰ੍ਹਾਂ ਹੀ ਤਿੰਨਾਂ ਕੁਰਸੀਆਂ 'ਤੇ ਇੱਕ ਤੇ ਤੁਸੀਂ ਬੈਠ ਜਾਣਾ ਹੈ, ਦੂਸਰੀ ਕੁਰਸੀ ਉੱਤੇ ਤੁਸੀਂ ਆਪਣੀ ਦਾਦੀ ਜੀ ਨੂੰ ਮੰਨ ਲੈਣਾ ਹੈ, ਦਿਮਾਗ ਵਿੱਚ ਸੋਚ ਲੈਣਾ ਹੈ ਕਿ ਦੂਸਰੀ ਕੁਰਸੀ 'ਤੇ ਸਾਡੀ ਦਾਦੀ ਜੀ ਬੈਠੇ ਨੇ, ਔਰ ਤੀਸਰੀ ਕੁਰਸੀ 'ਤੇ ਤੁਸੀਂ ਆਪਣੇ ਮੰਮਾ ਨੂੰ, ਆਪਣੇ ਮਾਤਾ ਜੀ ਨੂੰ ਜਿਹੜਾ ਹੈ ਬਿਠਾ ਲੈਣਾ ਹੈ। ਹੁਣ ਦੱਸੋ, ਤੁਹਾਡੇ ਮਾਤਾ ਜੀ ਬੈਠੇ ਨੇ ਤੁਹਾਡੀ ਦਾਦੀ ਦੇ ਨਾਲ। ਹੁਣ ਤੁਹਾਡੇ ਮਾਤਾ ਜੀ ਅਤੇ ਦਾਦੀ ਜੀ ਜਦੋਂ ਇਕੱਠੇ ਬੈਠੇ ਨੇ ਤਾਂ ਤੁਸੀਂ ਹੁਣ ਸੋਚਣਾ ਹੈ ਕਿ ਤੁਹਾਡੀ ਜਿਹੜੇ ਦਾਦੀ ਜੀ ਨੇ ਉਹ ਤੁਹਾਡੇ ਮੰਮੀ ਦੇ ਕੀ ਲੱਗਦੇ ਨੇ। ਸੋਚ ਕੇ ਦੇਖੋ। ਕਈ ਬੱਚਿਆਂ ਨੇ ਬਿਲਕੁਲ ਸਹੀ ਸੋਚਿਆ ਹੋਏਗਾ, ਉਹ ਉਹਨਾਂ ਦੇ ਸੱਸ ਲੱਗਦੇ ਨੇ, ਠੀਕ ਹੈ ਨਾ, ਕਿਉਂਕਿ ਉਹ ਤੁਹਾਡੇ ਪਿਤਾ ਜੀ ਦੇ ਮੰਮੀ ਨੇ, ਅਤੇ ਤੁਹਾਡੀ ਮੰਮੀ ਜਿਹੜੀ ਹੈ ਤੁਹਾਡੇ ਪਿਤਾ ਜੀ ਦੀ ਮੰਮੀ ਦੀ ਨੂੰਹ ਲੱਗਦੀ ਹੈ, ਅਤੇ ਉਹ ਉਹਨਾਂ ਦੇ ਦਾਦੀ ਜੀ ਜਿਹੜੇ ਨੇ ਤੁਹਾਡੇ ਦਾਦੀ ਜੀ ਜਿਹੜੇ ਨੇ ਉਹਨਾਂ ਦੇ ਸੱਸ ਲੱਗਦੇ ਨੇ, ਠੀਕ ਹੈ। ਇਸ ਤੋਂ ਹੈ ਅੱਗੇ ਪ੍ਰਸ਼ਨ ਨੰਬਰ 80, ਤੁਹਾਡੇ ਪਿਤਾ ਜੀ ਦੀ ਭੈਣ। ਹੁਣ ਇਸੇ ਤਰ੍ਹਾਂ ਹੀ ਇੱਕ ਕੁਰਸੀ 'ਤੇ ਤੁਸੀਂ ਬੈਠੇ ਹੋ, ਦੂਸਰੀ ਕੁਰਸੀ 'ਤੇ ਤੁਹਾਡੇ ਪਿਤਾ ਜੀ ਅਤੇ ਤੀਸਰੀ ਕੁਰਸੀ 'ਤੇ ਤੁਹਾਡੇ ਪਿਤਾ ਜੀ ਦੇ ਭੈਣ, ਠੀਕ ਹੈ। ਹੁਣ ਦੱਸਣਾ ਹੈ ਤੁਹਾਡੇ ਪਿਤਾ ਜੀ ਦੀ ਭੈਣ ਤੁਹਾਡੀ ਕੀ ਲੱਗਦੀ ਹੈ। ਸੋਚੋ, ਕਿਉਂਕਿ ਦੋਨੇ ਭੈਣ ਭਰਾ ਨੇ ਤੁਹਾਡੇ ਪਿਤਾ ਜੀ ਅਤੇ ਉਹਨਾਂ ਦੇ ਭੈਣ ਜੀ, ਠੀਕ ਹੈ, ਦੋਨੇ ਭੈਣ ਭਰਾ ਹੋਏ ਨਾ, ਅਤੇ ਫਿਰ ਤੁਹਾਡੇ ਪਿਤਾ ਜੀ ਦੀ ਭੈਣ ਜਿਹੜੀ ਹੈ ਹੁਣ ਤੁਹਾਡੀ ਕੀ ਲੱਗਦੀ ਹੈ। ਤੁਸੀਂ ਤੀਸਰੀ ਕੁਰਸੀ 'ਤੇ ਬੈਠੇ ਹੋ, ਤੁਹਾਡੇ ਕੀ ਲੱਗਦੇ ਆ। ਸ਼ਾਬਾਸ਼, ਸੋਚੋ। ਉਹ ਭੂਆ ਜੀ ਲੱਗਦੇ ਹੈ, ਠੀਕ ਹੈ। ਅਗਲਾ ਹੈ, ਇਸ ਨੂੰ ਨੋਟ ਕਰ ਲਓ ਬੇਟਾ, ਮੈਂ ਅੱਗੇ ਸਕਰੀਨ ਕਰ ਰਿਹਾ ਹਾਂ, ਸਕਰੀਨ ਸਕਰੋਲ ਕਰਾਂਗਾ ਤਾਂ ਮਿਟ ਜਾਏਗਾ, ਨੋਟ ਕਰ ਲਓ। ਇਸ ਤੋਂ ਅੱਗੇ ਸੱਸਾ ਪ੍ਰਸ਼ਨ ਹੈ ਬੱਚੇ, ਤੁਹਾਡੀ ਮਾਤਾ ਜੀ ਤੁਹਾਡੀ ਜਿਹੜੀ ਮਾਤਾ ਹੈ ਉਸ ਦੀ ਭੈਣ, ਮਾਤਾ ਦੀ ਭੈਣ ਤੁਹਾਡੀ ਕੀ ਲੱਗਦੀ ਹੈ। ਹੁਣ ਇੱਕ ਕੁਰਸੀ 'ਤੇ ਤੁਸੀਂ ਬੈਠੇ ਹੋ 1 ਨੰਬਰ 'ਤੇ, 2 ਨੰਬਰ 'ਤੇ ਤੁਹਾਡੇ ਮਾਤਾ ਜੀ ਮਤਲਬ ਤੁਹਾਡੀ ਮੰਮੀ, ਅਤੇ ਤੀਸਰੀ ਕੁਰਸੀ 'ਤੇ ਉਹਨਾਂ ਦੇ ਭੈਣ ਜੀ ਯਾਨੀ ਕਿ ਤੁਹਾਡੇ ਮੰਮੀ ਦੇ ਭੈਣ, ਉਹ ਹੁਣ ਤੁਹਾਡੇ ਕੀ ਲੱਗਦੇ ਆ। ਸੋਚੋ। ਉਹ ਲੱਗਦੇ ਨੇ ਮਾਸੀ ਜੀ, ਕਿਉਂਕਿ ਦੋਨੇ ਭੈਣਾਂ ਨੇ ਔਰ ਤੁਸੀਂ ਉਹਨਾਂ ਦੇ ਭਣੇਵੇਂ ਹੋ। ਉਹ ਤੁਹਾਡੇ ਕੀ ਲੱਗਦੇ ਨੇ, ਮਾਤਾ ਦੇ ਭੈਣ ਤੁਹਾਡੇ ਮਾਸੀ ਜੀ, ਠੀਕ ਹੈ। ਇਸ ਤਰ੍ਹਾਂ ਦੇ ਬਾਕੀ ਰਿਸ਼ਤੇ ਵੀ ਬੇਟਾ ਤੁਸੀਂ ਸੋਚ ਕੇ ਜਿਹੜਾ ਹੈ ਉਹ ਲਿਖਣੇ ਨੇ, ਕੋਸ਼ਿਸ਼ ਕਰਨੀ ਹੈ, ਕਿਉਂਕਿ ਪਾਠ ਇੱਥੇ ਸਮਾਪਤ ਹੈ। ਅੱਜ ਅਸੀਂ ਇੰਨਾ ਹੀ ਕਰਨਾ ਸੀ, ਕਿਉਂਕਿ ਪਿਛਲੀ ਐਕਸਰਸਾਈਜ਼ ਅਸੀਂ ਕਰ ਚੁੱਕੇ ਹਾਂ। ਕੱਲ੍ਹ ਤਾਂ ਪਰੋਂ ਮਿਲਾਓ। ਅੱਜ ਅਸੀਂ ਸਹੀ ਉੱਤਰ ਅੱਗੇ ਜਿਹੜਾ ਹੈ ਟਿਕ ਦਾ ਨਿਸ਼ਾਨ ਲਗਾਉਣਾ ਸੀ, ਉਹ ਅੱਜ ਅਸੀਂ ਇਹ ਅਭਿਆਸ ਕਰ ਲਈ ਹੈ। ਮੈਨੂੰ ਆਸ਼ਾ ਹੈ ਕਿ ਸਾਰੇ ਬੱਚਿਆਂ ਨੇ ਜਿਹੜਾ ਹੈ ਬੜੇ ਸੁੰਦਰ ਤਰੀਕੇ ਦੇ ਨਾਲ ਇਸ ਨੂੰ ਸਮਝਿਆ ਹੋਵੇਗਾ ਕਿ ਰਿਸ਼ਤਿਆਂ ਦੀ ਕੀ ਮਹੱਤਤਾ ਹੈ, ਰਿਸ਼ਤੇ ਜਿਹੜੇ ਨੇ ਉਹ ਕਿਵੇਂ ਬਣਦੇ ਨੇ, ਰਿਸ਼ਤੇ ਜਿਹੜੇ ਨੇ ਉਹਨਾਂ ਦੀ ਕੀ ਮਹੱਤਤਾ ਹੈ। ਇਸ ਸਾਰੇ ਪਾਠ ਦੇ ਵਿੱਚ ਅਸੀਂ ਜਿਹੜਾ ਹੈ ਇਸ ਨਾਲ ਸੰਬੰਧਿਤ ਜਿਹੜਾ ਹੈ ਇਹ ਅੱਜ ਸਾਰਾ ਕੰਮ ਜਿਹੜਾ ਹੈ ਉਹ ਕੀਤਾ ਹੈ। ਮੈਨੂੰ ਆਸ ਹੈ ਕਿ ਸਾਰੇ ਬੱਚਿਆਂ ਨੇ ਬੜੇ ਸੋਹਣੇ ਢੰਗ ਦੇ ਨਾਲ ਇਸ ਨੂੰ ਕਰ ਲਿਆ ਹੋਵੇਗਾ। ਮੈਂ ਤੁਹਾਨੂੰ ਦਿਖਾ ਵੀ ਰਿਹਾ ਹਾਂ ਕਿ ਕਿੱਡਾ ਕੁ ਪਾਠ ਸੀ ਪੜ੍ਹਿਆ ਅਸੀਂ, ਕਿੰਨੀ ਲੰਬਾਈ ਸੀ ਇਸ ਦੀ। ਇਸ ਤੋਂ ਅੱਗੇ ਅਸੀਂ ਪਾਠ ਨੰਬਰ 2 ਦਾਦਾ ਜੀ ਜਦੋਂ ਜਵਾਨ ਸਨ ਨੇ ਆਪਾਂ ਨੈਕਸਟ ਵੀਡੀਓ 'ਚ ਪੜ੍ਹਨਾ ਹੈ, ਉਸ ਲਈ ਤਿਆਰੀ ਕਰਨਾ। ਇਸ ਅਭਿਆਸ ਨੂੰ ਜਿਹੜਾ ਹੈ ਇੱਕ ਪਾਠ ਦੀ ਜਿਹੜੀ ਹੈ ਉਸ ਨੂੰ ਕੰਪਲੀਟ ਕਰ ਲਓ। ਆਪੋ ਆਪਣੇ ਕਾਪੀਆਂ 'ਤੇ ਬੁੱਕਸ 'ਤੇ। ਜਿੱਥੇ ਛੁੱਟੀਆਂ ਦਾ ਆਨੰਦ ਲੈਣਾ ਹੈ, ਕਰੋਨਾ ਵਾਇਰਸ ਚੱਲਦਿਆਂ ਹੱਥਾਂ ਨੂੰ ਧੋਂਦੇ ਰਹਿਣਾ ਹੈ, ਮਾਸਕ ਦੀ ਵਰਤੋਂ ਕਰਨੀ ਹੈ, ਬਾਹਰ ਨਹੀਂ ਨਿਕਲਣਾ। ਗਰਮੀ ਦੇ ਦਿਨ ਨੇ, ਲੂ ਤੋਂ ਵੀ ਬਚਣਾ ਹੈ, ਬਿਮਾਰੀ ਤੋਂ ਵੀ ਬਚਣਾ ਹੈ। ਮਾਤਾ ਪਿਤਾ ਦਾ, ਆਪਣੇ ਛੋਟੇ ਵੱਡੇ ਭੈਣ ਭਰਾਵਾਂ ਦਾ ਖਿਆਲ ਰੱਖਣਾ ਹੈ, ਇਸੇ ਆਸ ਦੇ ਨਾਲ ਹੀ ਕਿ ਤੁਸੀਂ ਇਹਨਾਂ ਗੱਲਾਂ ਨੂੰ ਮੰਨੋਗੇ। ਗੋਡ ਬਲੈਸ ਯੂ। ਥੈਂਕ ਯੂ ਵੈਰੀ ਮੱਚ। ਬਾਏ ਬਾਏ।